ਵੈਲਕਮ ਬੈਕ ਡੀਅਰ ਸਟੂਡੈਂਟਸ। ਫਸਟ ਟੈਸਟ ਦੇ ਵਿੱਚ ਆਪਾਂ ਮੈਥ ਦੇ 1 ਤੋਂ ਲੈ ਕੇ 7 ਤੱਕ ਚੈਪਟਰਸ ਜਿਹੜੇ ਉਹਨਾਂ ਦੇ ਕੁਐਸਚਨ ਡਿਸਕਸ ਕੀਤੇ ਸੀ। ਇਹ ਫਸਟ ਅਸਾਈਨਮੈਂਟ ਟੈਸਟ ਆਪਾਂ ਹੱਲ ਕਰ ਲਿਆ ਸੀ। ਅੱਜ ਆਪਾਂ ਬੇਟਾ ਅੱਗੇ ਕਰਾਂਗੇ ਚੈਪਟਰ ਨੰਬਰ 8 ਤੋਂ ਲੈ ਕੇ 15 ਤੱਕ। ਇਹਦੇ ਵਿੱਚ ਵੀ ਕੁੱਲ ਕੁਐਸਚਨ ਆ ਜਿਹੜੇ ਤੁਹਾਨੂੰ 50 ਸੀਗੇ, ਤੁਸੀਂ ਹੱਲ ਕੀਤੇ ਹੋਣਗੇ। ਤੁਸੀਂ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸਮਝਣਾ ਤੇ ਆਪਣੇ ਆਨਸਰ ਦਾ ਮੁਲਾਂਕਣ ਵੀ ਕਰ ਲੈਣਾ। ਜਿਨ੍ਹਾਂ ਬੱਚਿਆਂ ਨੇ ਨਹੀਂ ਕੀਤਾ ਉਹਨਾਂ ਨੇ ਸਮਝ ਲੈਣਾ। ਠੀਕ ਹੈ ਬੇਟਾ, ਕਰੀਏ ਸਟਾਰਟ ਪਹਿਲੇ ਤੋਂ। ਦਿੱਤੀ ਤ੍ਰਿਭੁਜ ABC ਵਿੱਚ cos A ਦਾ ਮੁੱਲ ਕੀ ਹੋਵੇਗਾ? ਦੇਖੋ ਬੇਟਾ, cos A ਦਾ ਮੁੱਲ ਦੱਸਣਾ ਹੈ ਤਾਂ A ਦੇ ਸਾਹਮਣੇ ਵਾਲੀ ਜਿਹੜੀ ਭੁਜਾ ਹੈਗੀ ਆ BC, ਉਹ ਕੀ ਆਪਣੇ ਕੋਲ ਲੰਬ ਹੈ। ਠੀਕ ਹੈ, ਮਤਲਬ AB ਆਧਾਰ ਹੈ, BC ਲੰਬ ਹੈ। ਜਿਹੜੀ ਥੀਟੇ ਦੇ ਸਾਹਮਣੇ ਵਾਲੀ ਭੁਜਾ ਹੁੰਦੀ ਆ ਉਹ ਲੰਬ ਹੁੰਦੀ ਹੈ, ਪਰਪੈਂਡੀਕੂਲਰ ਹੁੰਦੀ ਹੈ। ਠੀਕ ਹੈ, ਤਾਂ cos A ਆਪਾਂ ਦੱਸਣਾ ਹੈ। cos A ਕਿਹਦੇ ਬਰਾਬਰ ਹੁੰਦਾ ਵੀ? ਆਧਾਰ ਵਟਾ ਕਰਨ ਦੇ। cos ਥੀਟਾ ਆਧਾਰ ਵਟਾ ਕਰਨ ਦੇ ਬਰਾਬਰ ਹੁੰਦਾ। ਆਧਾਰ ਆਪਣੇ ਕੋਲ ਕਿੰਨਾ? ਇੱਥੇ AB ਹੈ, ਕਰਨ ਕਿੰਨਾ ਵੀ 90 ਡਿਗਰੀ ਸਾਹਮਣੇ ਵਾਲੀ ਭੁਜਾ AC, ਮਤਲਬ cos A ਕਿਹਦੇ ਬਰਾਬਰ ਹੋਏਗਾ? AB ਵਟਾ AC ਦੇ ਬਰਾਬਰ ਹੋਏਗਾ। ਸੀ ਆਪਸ਼ਨ ਇਹਦੇ ਲਈ ਸਹੀ ਆ ਜੂਗੀ, cos A ਬਰਾਬਰ AB ਵਟਾ AC। ਨੈਕਸਟ ਕੁਐਸਚਨ ਵੀ ਇਹਦੇ ਨਾਲ ਦਾ ਹੀ ਹੈ। ਤ੍ਰਿਭੁਜ ABC ਵਿੱਚ tan A ਦਾ ਮੁੱਲ ਕੀ ਹੋਏਗਾ? tan A ਦਾ ਮੁੱਲ ਕਿਹਦੇ ਬਰਾਬਰ ਹੁੰਦਾ ਵੀ? ਲੰਬ ਵਟਾ ਆਧਾਰ ਦੇ। ਲੰਬ ਆਪਾਂ ਕੀ ਕੱਢਿਆ ਸੀ ਇੱਥੇ? BC। ਆਧਾਰ ਆਪਣੇ ਕੋਲ ਕਿੰਨਾ ਵੀ? AB। ਠੀਕ ਹੈ, ਆਧਾਰ ਆਪਣੇ ਕੋਲ AB ਆ ਤਾਂ tan A BC ਵਟਾ AB ਹੋਏਗਾ। ਕਿਹੜੀ ਆਪਸ਼ਨ ਸਹੀ ਬਣ ਜੂਗੀ? ਚੌਥੀ। tan A ਦਾ ਮੁੱਲ BC ਵਟਾ AB ਹੋਏਗਾ, ਲੰਬ ਵਟਾ ਆਧਾਰ। ਠੀਕ ਹੈ, ਨੈਕਸਟ ਕੁਐਸਚਨ ਤੀਜਾ। ਇੱਕ ਚੱਕਰ ਦੀਆਂ ਡੈਸ਼ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ। ਕਿੰਨੀਆਂ ਹੋ ਸਕਦੀਆਂ ਵੀ ਚੱਕਰ ਦੇ ਉੱਤੇ ਸਪਰਸ਼ ਰੇਖਾਵਾਂ? ਅਨੰਤ ਜਾਂ ਅਨੇਕ ਸਪਰਸ਼ ਰੇਖਾਵਾਂ ਚੱਕਰ ਦੇ ਉੱਪਰ ਹੋ ਸਕਦੀਆਂ, ਕਿਉਂਕਿ ਚੱਕਰ ਹੈ ਜਿਹੜਾ ਉਹ ਬਹੁਤ ਸਾਰੇ ਬਿੰਦੂਆਂ ਦਾ ਸਮੂਹ ਹੈ। ਬਹੁਤ ਸਾਰੇ ਬਿੰਦੂਆਂ ਨੂੰ ਮਿਲਾ ਕੇ ਬਣਿਆ। ਹਰੇਕ ਬਿੰਦੂ 'ਤੇ ਇੱਕ ਸਪਰਸ਼ ਰੇਖਾ ਖਿੱਚੀ ਜਾ ਸਕਦੀ ਹੈ। ਇਸ ਕਰਕੇ ਇੱਕ ਚੱਕਰ ਦੀਆਂ ਅਨੇਕ ਸਪਰਸ਼ ਰੇਖਾਵਾਂ ਹੁੰਦੀਆਂ ਹਨ। ਠੀਕ ਹੈ, ਨੈਕਸਟ ਕੁਐਸਚਨ। 7 ਸੀਕੈਂਟ ਸਕੁਆਇਰ A ਮਾਈਨਸ 7 ਟੈਨ ਸਕੁਆਇਰ A ਬਰਾਬਰ 7 ਸੀਕੈਂਟ ਸਕੁਆਇਰ A ਮਾਈਨਸ 7 ਟੈਨ ਸਕੁਆਇਰ A ਬਰਾਬਰ, ਇਹਦਾ ਆਪਾਂ ਮੁੱਲ ਦੱਸਣਾ। 7 ਆਪਾਂ ਕਾਮਨ ਕੱਢ ਲੈਂਦੇ ਹਾਂ। 7 ਸੀਕੈਂਟ ਸਕੁਆਇਰ A ਮਾਈਨਸ ਟੈਨ ਸਕੁਆਇਰ A, 7 ਆਪਾਂ ਕਾਮਨ ਕੱਢਿਆ। ਠੀਕ ਹੈ, ਸਾਂਝਾ ਕੱਢ ਲਿਆ, A ਹੈ, ਸੌਰੀ 7 ਸੀਕੈਂਟ ਸਕੁਆਇਰ A ਮਾਈਨਸ ਟੈਨ ਸਕੁਆਇਰ A ਕਿਹਦੇ ਬਰਾਬਰ ਹੁੰਦਾ ਬੇਟਾ? 1 ਦੇ ਬਰਾਬਰ ਹੁੰਦਾ। ਇਹ ਆਪਣਾ ਤਤਸਮਕ ਹੈ 8.4 ਅਭਿਆਸ ਦੇ ਵਿੱਚੋਂ। ਤਾਂ 7 ਗੁਣਾ 1 ਮਤਲਬ 7 ਹੋ ਜਾਏਗਾ, ਕਿਉਂਕਿ ਇਸ ਦੀ ਵੈਲਿਊ ਸੀਕੈਂਟ ਸਕੁਆਇਰ A ਮਾਈਨਸ ਟੈਨ ਸਕੁਆਇਰ A ਦੀ ਵੈਲਿਊ ਕਿੰਨੀ ਹੁੰਦੀ ਹੈ? 1 ਹੁੰਦੀ ਹੈ। ਤਾਂ ਇਸ ਦੀ ਵੈਲਿਊ ਕਿੰਨੀ ਆ ਜਾਏਗੀ? 7 ਆ ਜਾਏਗੀ। ਠੀਕ ਹੈ, ਕਿਹੜੀ ਆਪਸ਼ਨ ਸਹੀ ਆ ਜਾਏਗੀ ਬੇਟਾ? B ਆਪਸ਼ਨ। ਨੈਕਸਟ, ਇੱਕ ਚੱਕਰ ਦੀਆਂ ਡੈਸ਼ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ। ਇੱਕ ਚੱਕਰ ਦੀਆਂ ਕਹਿੰਦੇ ਡੈਸ਼ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ। ਕਿੰਨੀਆਂ ਹੋ ਸਕਦੀਆਂ ਵੀ? 2 ਹੋ ਸਕਦੀਆਂ। ਇੱਕ ਇਹ ਹੋ ਗਈ, ਇੱਕ ਇਹ ਹੋ ਗਈ। ਕਿੰਨੀਆਂ ਹੋ ਸਕਦੀਆਂ ਚੱਕਰ ਦੀਆਂ ਸਮਾਂਤਰ ਸਪਰਸ਼ ਰੇਖਾਵਾਂ? 2 ਹੋ ਸਕਦੀਆਂ ਹਨ। ਠੀਕ ਹੈ, ਨੈਕਸਟ। ਕੋਣ ਥੀਟਾ ਵਾਲੇ ਅਰਧਵਿਆਸੀ ਖੰਡ ਦੇ ਸੰਗਤ ਚਾਪ ਦੀ ਲੰਬਾਈ ਕਿੰਨੀ ਹੋਵੇਗੀ? ਇਹ ਤਾਂ ਇੰਪੋਰਟੈਂਟ ਵੀ ਹੈ, ਤੁਹਾਨੂੰ ਯਾਦ ਹੀ ਹੋਏਗਾ, ਫਾਰਮੂਲਾ ਬਹੁਤ ਇੰਪੋਰਟੈਂਟ ਹੈ। ਕਿੰਨੀ ਹੋਏਗੀ ਬੇਟਾ? ਥੀਟਾ ਵਟਾ 360 ਗੁਣਾ 2 ਪਾਈ R। ਜੇ ਚਾਪ ਦੀ ਲੰਬਾਈ ਪੁੱਛਣ ਆਪਾਂ ਲਿਖਣਾ ਥੀਟਾ ਵਟਾ 360 ਗੁਣਾ 2 ਪਾਈ R। ਜੇ ਅਰਧਵਿਆਸੀ ਖੰਡ ਦਾ ਆਪਾਂ ਨੂੰ ਖੇਤਰਫਲ ਪੁੱਛ ਲੈਂਦੇ ਨੇ ਤਾਂ ਆਪਾਂ ਕੀ ਲਿਖਣਾ? ਥੀਟਾ ਵਟਾ 360 ਗੁਣਾ ਪਾਈ R ਦੀ 2। ਠੀਕ ਹੈ, ਇਹ ਵਾਲਾ ਫਾਰਮੂਲਾ ਆ ਜਾਏਗਾ। ਫਿਰ ਜੇ ਚਾਪ ਦੀ ਲੰਬਾਈ ਪੁੱਛੀ ਫਿਰ 2 ਪਾਈ R, ਜੇ ਖੇਤਰਫਲ ਫਿਰ ਪਾਈ R ਦੀ 2। ਠੀਕ ਹੈ, ਨੈਕਸਟ। ਥੀਟਾ ਦੇ ਵਧਣ ਨਾਲ cos ਥੀਟਾ ਦਾ ਮੁੱਲ ਵੀ ਘਟਦਾ ਹੈ। ਇਹ ਬਿਲਕੁਲ ਸਹੀ ਹੈ ਸਟੇਟਮੈਂਟ। ਠੀਕ ਹੈ, ਥੀਟਾ ਦੇ ਵਧਣ ਨਾਲ cos ਥੀਟਾ ਦਾ ਮੁੱਲ ਵੀ ਘਟਦਾ ਹੈ। ਠੀਕ ਹੈ, ਕਿਉਂਕਿ cos 0 ਤੋਂ ਆਪਾਂ ਜਦੋਂ ਸ਼ੁਰੂ ਕਰਦੇ ਹਾਂ, cos 0 ਡਿਗਰੀ ਹੁੰਦਾ 1 ਅਤੇ cos 90 ਡਿਗਰੀ ਕਿੰਨਾ ਹੁੰਦਾ? 0, ਮਤਲਬ 1 ਤੋਂ ਘਟਦਾ ਹੋ ਗਿਆ ਨਾ ਫਿਰ। ਤਾਂ ਇਸ ਕਰਕੇ
थीटा दे बदलण नाल cos थीटा दा मुੱਲ भी घटदा है। ये स्टेटमेंट सही है। नैक्सट, किसी बाहरी बिंदु तो चक्कर उत्ते स्पर्श रेखावां कितनियां खिच्चियां जा सकदियां? डैश दसना आपां कितनियां खिच्चियां जा सकदियां भी। ये चक्कर है, चक्कर के उपर आप बाहर बिंदु ले लीए कोई पी, कितनियां स्पर्श रेखावां खिच सकते हैं इस बिंदु पी तो आपां? देखो कितनियां खिच्चदियां आपां? 2, ठीक है। तो 2 स्पर्श रेखावां खिच्चियां जा सकदियां हन, ठीक है। ये लिए 2 ऑप्शन सही आ जाएगी, बी ऑप्शन। किसी चक्कर नूं 2 बिंदुओं ते कट्टण वाली रेखा नूं डैश आखदे हन। की आखदे ने जिहड़ी चक्कर नूं 2 बिंदुओं ते कट्टदी है रेखा? देखो भी किहड़ी रेखा 2 बिंदुओं ते कट्टदी है, इहनूं की आखदे ने? छेदक रेखा, ठीक है। इंपोर्टेंट है, चक्कर नूं 2 बिंदुओं ते कट्टण वाली रेखा किहड़ी रेखा हुंदी है? छेदक रेखा, ठीक है। नैक्सट, शंकु की पासवी जां वक्र सतह का खेत्रफल पाई आर एल हुंदा है। बिल्कुल सही है, शंकु की पासवी सतह का खेत्रफल पाई आर एल हुंदा। एल इत्थे तिरछी उचाई हुंदी है, ठीक है बेटा। नैक्सट, अर्धव्यास कैपिटल आर वाले चक्कर के अर्धव्यासी खंड का खेत्रफल जिसका कोण पी डिग्री है, ठीक है। कितना हुंदा वैसे? पी बटा 360 जे आप करना होवे गुणा पाई आर दी 2। हुण देखो भी ये बन होना चाहिए, ये है ये पी बटा 180, ये भी गलत है। पी बटा 360 गुणा 2 पाई आर, ये चाप की लंबाई होगी। पी बटा 180 गुणा पाई आर दी 2, ये भी गलत है क्योंकि 180 ने अपन 360 चाहिए। तो कि स्टेटमेंट सही है ये वाली, क्योंकि 2 नूं आपां इत्थे कट देंगे, 2 एकम 2 नूं कट देंगे ना आ जाएगा 360। तो की बन जू पी बटा 360 गुणा पाई आर दी 2। तो डी ऑप्शन है जी वो सही ऑप्शन आ जाएगी, ठीक है। टैन ए दा मुੱਲ हमेशा 1 तो घट हुंदा है, ये स्टेटमेंट गलत है। टैन ए दा मुੱਲ हमेशा 1 तो घट नहीं हुंदा, क्योंकि जे आप टैन 45 की गल करिए, टैन 45 डिग्री का मतलब कितना हुंदा? 1। अरे ये कहते हमेशा 1 तो घट हुंदा, तो ये इत्थे गलत हो जाता, ये स्टेटमेंट गलत है। नैक्सट क्वेश्चन, चक्कर अते उसकी स्पर्श रेखा के सांझे बिंदु नूं स्पर्श बिंदु कहते हैं। ये तो बहुत आसान सी, सारे बच्चों को पता होना, वेरी गुड। नैक्सट, थीटा के बदलण नाल साइन थीटा का मुੱਲ भी वधदा है, ये स्टेटमेंट सही है। क्यों? क्योंकि साइन जो आप 0 तो शुरू करते हैं, साइन 0 डिग्री 1, साइन 0 डिग्री 0 हुंदा, ते साइन 90 कितना हुंदा बेटा? 1। मतलब 0 तो 90 वाल जो जाने आपां तो इसदा मुੱਲ आ जिहड़ा वो वधदा जांदा, तो ये स्टेटमेंट सही है। नैक्सट, दिते गए चित्र में जेकर पी क्यू बराबर 8 सेंटीमीटर होवे, जे पी क्यू 8 सेंटीमीटर होवे तो पी आर की लंबाई दसो। पी आर भी कितना होगा? 8 होगा। क्यों 8 होगा भी? 10.2 अपने को थ्योरम है चक्कर चैप्टर के विच कि किसी बाहरी बिंदु तो चक्कर उत्ते खिच्चियां स्पर्श रेखावां दीयां लंबाइयां बराबर होंदियां हन। जे ये 8 है तो ये भी 8 ही होएगी, ठीक है। नैक्सट, टैन ए प्लस बी साइन ए प्लस बी बराबर साइन ए प्लस साइन बी। ये स्टेटमेंट गलत है, ठीक है। ये स्टेटमेंट गलत है। ए तो बी तुसी ए नूं 30 डिग्री ले लो, बी नूं 60 डिग्री ले लो, इस प्रूव करके भी देख सकते हैं आप। साइन ए नूं आपां मान लो 30 लैने 30 डिग्री, बी नूं आपां मान लो 60 डिग्री लैने, ठीक है। साइन ए प्लस बी, ए तो बी का जोड़ कर देंगे, 30 तो 60 का जोड़ करना 90 डिग्री, तो साइन 90 कितना हो जू बेटा? साइन 90 1 होंदा। दूजे पासे भी देखते हैं आप, 1 बनता साइन ए प्लस बी। साइन ए प्लस साइन बी, साइन ए मतलब साइन 30 डिग्री प्लस साइन बी मतलब साइन 60 डिग्री। साइन 30 डिग्री मतलब 1/2, साइन 60 डिग्री मतलब वर्गमूल 3/2। तो कितना बन गया? 2 आप एलसीएम ले लीए, 1 प्लस वर्गमूल 3/2 इन्ना हो गया था, ठीक है। पर साइन 90 अपने को एक पासे तो आ गया सी 1, इधरले पासे आ गया 1 प्लस वर्गमूल 3/2, बराबर नहीं आए ना, तो इस करके स्टेटमेंट गलत है। नैक्सट क्वेश्चन, किसी चक्कर की स्पर्श रेखा उसनूं डैश बिंदुओं ते कटदी है। बहुत आसान है, किन्ने बिंदुओं ते कटदी है बेटा? कि चक्कर की स्पर्श रेखा उसनूं एक बिंदु ते कटदी है जां स्पर्श करती है, ठीक है। डैश प्लस कॉस स्क्वायर ए बराबर 1 की आएगा भी
ਸਾਇਨ ਸਕੁਐਰ ਏ ਤਸਮਕ ਹੈ 8.4 ਦੇ ਵਿੱਚ ਸਾਇਨ ਸਕੁਐਰ ਏ प्लस कॉस स्क्वायर ए बराबर 1 ਹੁੰਦਾ ਹੈ ਤਾਂ ਇੱਥੇ ਕੀ ਆ ਜਾਏਗਾ ਫਿਰ ਸਾਇਨ ਸਕੁਐਰ ਏ ਆ ਜਾਏਗਾ। ठीक है सी ऑप्शन। ਨੈਕਸਟ ਕਿਸੇ ਚੱਕਰ ਦੇ ਬਾਹਰੀ ਬਿੰਦੂ ਤੋਂ ਚੱਕਰ ਉੱਤੇ ਖਿੱਚੀਆਂ ਸਪਾਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ। ਬਿਲਕੁਲ ਸਹੀ ਹੈ। ਥਿਓਰਮ 10.2 ਹੈ। ਬਿਲਕੁਲ ਸਹੀ ਸਟੇਟਮੈਂਟ। ਨੈਕਸਟ 1 + cot स्क्वायर ए बराबर डैश जिथे ए लाइज बिटवीन 0 एंड 90 डिग्री की आएगा भी कोसिकेंट स्क्वायर ए इंपॉर्टेंट है भी 10.4 ਦੇ ਵਿੱਚੋਂ 1 + cot स्क्वायर ए बराबर कोसिकेंट स्क्वायर ए ਹੁੰਦਾ ਹੈ। ठीक है नैक्सट क्वेश्चन ਕਿਸੇ ਚੱਕਰ ਦੇ ਬਾਹਰੀ ਬਿੰਦੂ ਤੋਂ ਚੱਕਰ ਉੱਤੇ ਦੋ ਸਪਾਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ। ਸਹੀ ਗਲਤ ਬਿਲਕੁਲ ਸਹੀ ਹੈ। ਆਪਾਂ ਪਹਿਲਾਂ ਵੀ ਤੁਹਾਨੂੰ ਮੈਂ ਖਿੱਚ ਕੇ ਦਿਖਾਈਆਂ ਸੀ ਬਾਹਰੀ ਬਿੰਦੂ ਤੋਂ ਦੋ ਸਪਾਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ। ਸਹੀ ਹੈ। ਚੱਕਰ ਦੇ ਚੌਥੇ ਹਿੱਸੇ ਦਾ ਖੇਤਰਫਲ ਬਰਾਬਰ 1/4 πr ਦੀ 2 ਮਤਲਬ πr ਦੀ 2/4 ਚੌਥਾ ਹਿੱਸਾ ਮਤਲਬ 4 ਨਾਲ ਭਾਗ ਕਰ ਦਾਂਗੇ ਤਾਂ ਇਹਦੇ ਲਈ बी ऑप्शन है जी सही आ जाएगी। नैक्सट कॉट अते ए दा गुणफल हुंदा है गलत। कॉट ए आ जिहड़ा ओह इकल्ले दा इहदा मीनिंग आ कॉट ते ए इहदा कल्ले दा कोई मीनिंग नहीं बनता। कॉट दा कोई मीनिंग नहीं बनता कल्ले दा जेकर इहदे नाल कोई थीटा ए बी सी नहीं लगता। ठीक है तो ये स्टेटमेंट गलत है। नैक्सट अर्धव्यास आर अते उचाई एच वाले शंकु का ऐतन बराबर 1/3 πr दी 2h हुंदा है। ठीक है पहली ऑप्शन सही बन जूगी शंकु का ऐतन बराबर 1/3 πr² h। किसी चक्कर दे किसी बिंदु ते स्पर्श रेखा स्पर्श बिंदु तो जान वाले अर्धव्यास ते लंब हुंदी है। ये बिल्कुल सही है। ਕਿਹੜੀ ਥਿਓਰਮ ਆ ਵੀ ਇਹ 10.1 ਆਪਣੇ ਚੱਕਰ ਚੈਪਟਰ ਦੇ ਵਿੱਚ ਸਟੇਟਮੈਂਟ ਸਹੀ ਹੈ। ਨੈਕਸਟ ਅਰਧਵਿਆਸ ਆਰ ਵਾਲੇ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਬਰਾਬਰ 3 πr ਦੀ 2 ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਬਰਾਬਰ 3 πr ਦੀ 2। ਠੀਕ ਹੈ ਨੈਕਸਟ ਅਰਧਵਿਆਸ ਆਰ ਵਾਲੇ ਚੱਕਰ ਦਾ ਘੇਰਾ 2 πr ਹੋਵੇਗਾ। ਬਿਲਕੁਲ ਸਹੀ ਹੈ। ਚੱਕਰ ਦਾ ਘੇਰਾ ਜਿਹੜਾ ਉਹ 2 πr ਹੁੰਦਾ ਤੇ ਚੱਕਰ ਦਾ ਖੇਤਰਫਲ ਕਿੰਨਾ ਹੁੰਦਾ ਬੇਟਾ πr²। ਠੀਕ ਹੈ ਕੋਣ ਥੀਟਾ ਵਾਲੇ ਅਰਧਵਿਆਸੀ ਖੰਡ ਦਾ ਖੇਤਰਫਲ ਇਹਦਾ ਬਹੁਤ ਆਸਾਨ ਹੈ θ/360 ਗੁਣਾ πr²। πr² θ/360 ਬੀ ਆਪਸ਼ਨ ਹੈ ਜਿਹੜੀ ਇਹਦੇ ਲਈ ਸਹੀ ਆ ਜਾਏਗੀ। ਦੋ ਘਣਾਂ ਨੂੰ ਜੋੜ ਕੇ ਬਣੀ ਆਕ੍ਰਿਤੀ ਦਾ ਨਾਮ ਦੱਸੋ। ਦੋ ਘਣਾਂ ਨੂੰ ਜੋੜ ਕੇ बनी आकृति का नाम दसो। दो घण जे आपस में जोड़ दिते जान तो जिहड़ी आकृति बन जाएगी उसका की नाम होएगा वो आप दसना तो देख रहे हैं आप बना के। ठीक है बेटा देखो तो की बन गया भी ये दो घणा जोड़ के किहड़ी आकृति बन गई अपने को घनाभ बन गया ना तो एक घनाभ बन गया इत्थों तक। ठीक है दो घणा जोड़ के जिहड़ी आकृति बनती है वो किहड़ी बनती है घनाभ बन जाता है। ठीक है तो की आ जाएगी इहदे लई सही ऑप्शन घनाभ। 1 सेंटीमीटर अर्धव्यास वाले चक्कर का खेत्रफल π² होएगा। जे आप आर नूं 1 लै लीए चक्कर का खेत्रफल कितना हुंदा πr² तो पाई गुणा 1² मतलब π² ठीक है तो यह स्टेटमेंट सही है। नैक्सट अर्धव्यास आर ते उचाई एच वाले सिलेंडर का आयतन कितना होएगा πr² h होएगा। सिलेंडर का आयतन बराबर πr² h। ठीक है नैक्सट बेलन की वक्र सतह का खेत्रफल 2 πr h हुंदा है। बिल्कुल सही है। बेलन की वक्र सतह का खेत्रफल 2 πr h हुंदा है। सही है स्टेटमेंट। ठीक है गोले की सतह का खेत्रफल और घनफल का अनुपात की होएगा। गोले की सतह का खेत्रफल कितना होंदा बेटा 4 πr ਦੀ 2। ठीक है तो गोले का घनफल मतलब आयतन कितना होंदा 4/3 πr ਦੀ 3। ठीक है
पाई ना पाई कैंसल, 4 ना 4 कैंसल। आ जिहड़ा 3 है इधर नीचे उपर वग जाएगा, 3r² बटा r दी पावर 3। ठीक है, 3 पावर आ जी r² ना कैंसल हो जाएगी, r एक नीचे बच जाएगा, मतलब 3 बटा r, जो आप अनुपात गल करिए 3 अनुपात r हो जाएगी। ठीक है, देखो 3 अनुपात r हो जाएगी, तो इसलिए सही ऑप्शन है जी सी आ जाएगी, 3 अनुपात r। नैक्सट, दिती गई किरती डैश है डैश के संयोजन तो मिली है। बिल्कुल ये जी किरती है गलत है बेटा, ये सिर्फ एक बेलन है। ठीक है, एक पूरी किरती है जी एक बेलन नूं दर्शा रही है। ठीक है, अपन दिस भी रहा है इत्थे, देखो ध्यान नाल, ये सिर्फ एक बेलन है। ठीक है, पर एक गलत किरती बनी हुई है, ये किसी तो मिल के नहीं बनी, ये एक बेलन है। ठीक है, तो अगर तुहानूं ये आउंदा भी है तो तुसीं ये ऑप्शन जिहड़ियां सारियां गलत ही मन्नियां जाणगियां। वैसे जिहड़ी ऑप्शन है जिहड़ी इहदे वल्लों लाई जाती है वो ये लाई जाती है बेलन ते 2 अर्ध गोले, क्योंकि जे आपां इहदे विचों अर्ध गोले बाहर कढ दईए तो फिर ये बेलन नहीं बचदा। ठीक है, जे बेलन ते 2 अर्ध गोलिਆਂ ਤੋਂ मिल के ਬਣਿਆ ਹੋਵੇ, जे आपां इहदे विचों 2 अर्ध गोले ਜਿਹੜੇ ਸਾਈਡਾਂ ਤੇ ਲੱਗੇ ਹੋਏ ਆ ਉਹ ਆਪਾਂ ਬਾਹਰ ਕੱਢ ਦਈਏ ਤਾਂ ਬਾਅਦ ਦੇ ਵਿੱਚ ਇਹ ਕਿਰਤੀ बेलन नहीं रहिंदी, ये हुणी ही किरती बेलन है। ठीक है बेटा, तो स्टेटमेंट गलत है क्वेश्चन ये। अगला क्वेश्चन, किसी गेंदबाज द्वारा 10 क्रिकेट मैचों में लाए गए विकटां की संख्या हेठ लिखे अनुसार है, अंकड़े का वॉलक होएगा। देखो बेटा किहड़ी अंक है, सब संख्या जी सब तो वध बार आ रही है वो की होएगा, वॉलक होएगा। किहड़ी आ रही है सब तो वध बार, 3 आ रहा, तो इस इन्हां अंकड़ियां दा वॉलक की होएगा 3 होएगा। वॉलक अंकड़ियां विचों सब तो वध बार आउण वाली संख्या हुंदी है, मतलब सब तो वध बार किहड़ी संख्या आई है, किहड़ी सब तो ज़्यादा रिपीट हुई है, 3 होया, तो 3 की इहदे विच वॉलक है। नैक्सट, विचलन सीमा केंद्री प्रवृत्ति का माप नहीं है, ये बिल्कुल सही है। मध्यमान मध्यका ते वॉलक केंद्री प्रवृत्ति के माप हैं, पर विचलन सीमा केंद्री प्रवृत्ति का माप नहीं है, ये बिल्कुल सही है। नैक्सट क्वेश्चन 37वां, वॉलक बराबर 3 मध्यका माइनस 2 मध्यमान। ठीक है, इंपॉर्टेंट फार्मूला है, वॉलक बराबर 3 मध्यका माइनस 2 मध्यमान आएगा इत्थे। ठीक है, 2 मध्यमान आएगा, सी ऑप्शन इत्थे सही बन जूगी। ठीक है बेटा, नैक्सट, जेकर PE बराबर 0.015 है तो PE नहीं की संभावना की होएगी 0.985, क्योंकि किसी इवेंट के होण या ना होने की संभावना जोड़ बराबर 1 होंदा है, तो PE नहीं ई दी बार बराबर 1 माइनस PE होएगा, मतलब आप 1 दे विचों 0.015 कढ़ दांगे तो अपने को कितना बचेगा बेटा 0.985 आ जाएगा। ठीक है, नैक्सट क्वेश्चन, वर्गीकृत अंकड़ियां दे वर्ग अंतराल 20 तो 30 का वर्ग चिन्ह की होएगा। वर्ग चिन्ह आप किवें कढ़दे हुंदे आ बेटा, उपरली सीमा प्लस हेठली सीमा दोवां दा जोड़, जां हेठली सीमा प्लस उपरली सीमा। 20 है जिहड़ा इहदे विच हेठली सीमा है, 30 इहदे विच उपरली सीमा। ठीक है, दोवां दा जोड़ करके दोनों भाग करनी है, 20 + 30 जोड़ बटा 2, मतलब 20 ते 30 का जोड़ 50 आ जाएगा, 50 बटा 2 मतलब कितना आ जाएगा बेटा 25 आ जाएगा। ठीक है, तो वर्ग इस वर्ग अंतराल का वर्ग चिन्ह कितना आ जाएगा 25। ठीक है, 25 ये सही ऑप्शन आ जाएगी बी। नैक्सट, किसी घटना की संभावना डैश तो वड्डी जां उसके बराबर होंदी है ਅਤੇ डैश तो छोटी ਜਾਂ उसके बराबर होंदी है। किस तो वड्डी होंदी है बेटा 0 तो वड्डी होंदी है ਜਾਂ बराबर हो सकती है, पर 1 तो छोटी ਜਾਂ उसके बराबर हो सकती है। 1 तो वड्डी है जिहड़ी संभावना नहीं हो सकती। की आएगा इहदे लई सही ऑप्शन 0 1, पहली खाली तां 0 बाद वाली 1। नैक्सट, वर्गीकृत अंकड़ियां दा मध्यका पता करन दा सूत्र L + F1 - F0 डिवाइडेड बाय 2F1 - F0 - F2 गुणा H है। सही गलत, ये स्टेटमेंट गलत है। ये फार्मूला मध्य का पता करना नहीं है, की पता करना फार्मूला बेटा है वॉलक। इस फार्मूले आप वॉलक पता करते हैं, तो ये स्टेटमेंट गलत है। नैक्सट,
ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਘਟਨਾਵਾਂ ਦੀਆਂ ਸੰਭਾਵਨਾਵਾਂ ਦਾ ਜੋੜ 1 ਹੁੰਦਾ ਹੈ। ਸੀ ਆਪਸ਼ਨ ਇਹਦੇ ਲਈ ਸਹੀ ਆ ਜਾਏਗੀ। ਠੀਕ ਹੈ। ਨੈਕਸਟ, ਵਰਗੀਕ੍ਰਿਤ ਅੰਕੜਿਆਂ ਦੇ ਵਰਗ ਅੰਤਰਾਲ 25 ਤੋਂ 30 ਦਾ ਵਰਗ ਮਾਪ ਕਿੰਨਾ ਹੋਏਗਾ ਬੇਟਾ? ਵਰਗ ਮਾਪ ਜਾਂ ਵਰਗ ਆਕਾਰ ਕਿੰਨਾ ਹੋਏਗਾ? 5। ਵਰਗ ਮਾਪ ਪੁੱਛ ਲੈਣ ਜਾਂ ਵਰਗ ਆਕਾਰ ਪੁੱਛ ਲੈਣ, ਉਹਦਾ ਮਤਲਬ ਆਪਾਂ ਐਚ ਦੱਸਣਾ ਵੀ ਕਿੰਨਾ। ਐਚ ਮਤਲਬ ਇਹਨਾਂ ਦੇ ਵਿੱਚ ਕਿੰਨੇ ਦਾ ਫਰਕ ਹੈ? ਕਿੰਨੇ ਦਾ ਫਰਕ ਹੈ? 25 ਤੇ 30 ਦੇ ਵਿੱਚ 5 ਦਾ ਫਰਕ ਹੈ, ਤਾਂ ਐਚ ਕਿੰਨੀ ਹੈ ਇੱਥੇ? 5। ਮਤਲਬ ਵਰਗ ਆਕਾਰ ਜਾਂ ਵਰਗ ਮਾਪ ਕਿੰਨਾ? 5। ਠੀਕ ਹੈ। ਇੱਕ ਨਿਸ਼ਚਿਤ ਘਟਨਾ ਦੀ ਸੰਭਾਵਨਾ 1 ਹੁੰਦੀ ਹੈ। ਸਹੀ, ਗਲਤ? ਇਹ ਬਿਲਕੁਲ ਸਹੀ ਹੈ ਕਿ ਨਿਸ਼ਚਿਤ ਘਟਨਾ ਦੀ ਸੰਭਾਵਨਾ 1 ਹੁੰਦੀ ਹੈ। ਠੀਕ ਹੈ ਬੇਟਾ। ਨੈਕਸਟ ਕੁਐਸਚਨ, ਕਿਸੇ ਅਸੰਭਵ ਘਟਨਾ ਦੇ ਵਾਪਰਨ ਦੀ ਸੰਭਾਵਨਾ ਕੀ ਹੋਏਗੀ? ਜਿਹੜੀ ਘਟਨਾ ਅਸੰਭਵ ਹੈ ਮਤਲਬ ਨਹੀਂ ਵਾਪਰ ਸਕਦੀ, ਉਸ ਦੀ ਸੰਭਾਵਨਾ ਕਿੰਨੀ ਹੋਏਗੀ? 0 ਹੋਏਗੀ। ਅਸੰਭਵ ਘਟਨਾ ਦੀ ਸੰਭਾਵਨਾ 0 ਹੋਏਗੀ। ਨੈਕਸਟ, ਇਹਨਾਂ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ? ਕਿਹੜੀ ਨਹੀਂ ਹੋ ਸਕਦੀ ਬੇਟਾ ਕਿਸੇ ਘਟਨਾ ਦੀ ਸੰਭਾਵਨਾ? 3/2, ਕਿਉਂਕਿ 3/2 ਨੂੰ ਜਦੋਂ 3 ਨੂੰ ਆਪਾਂ 2 ਨਾਲ ਭਾਗ ਕਰਾਂਗੇ ਮਤਲਬ ਕਿੰਨਾ ਆ ਜਾਊਗਾ? 1.5। 1.5 ਮਤਲਬ 1.5, ਮਤਲਬ 1 ਤੋਂ ਵੱਧ ਗਿਆ। ਜੇ 1 ਤੋਂ ਵੱਧ ਗਿਆ ਤਾਂ ਕਿਸੇ ਵੀ ਘਟਨਾ ਦੀ ਸੰਭਾਵਨਾ 1 ਤੋਂ ਵੱਡੀ ਨਹੀਂ ਹੋ ਸਕਦੀ। ਇਹ ਆਪਾਂ ਪਹਿਲੇ ਕਰ ਚੁੱਕੇ। ਸੰਭਾਵਨਾ ਜਿਹੜੀ ਉਹ 0 ਤੋਂ 1 ਦੇ ਵਿਚਕਾਰ ਹੁੰਦੀ ਹੈ, 0 ਤੋਂ ਵੱਡੀ ਹੁੰਦੀ ਹੈ। 1 ਦੇ ਬਰਾਬਰ ਹੋ ਸਕਦੀ ਹੈ, 1 ਤੋਂ ਛੋਟੀ ਹੋਊਗੀ। ਠੀਕ ਹੈ। 1 ਤੋਂ ਵੱਡੀ ਨਹੀਂ ਹੋ ਸਕਦੀ, ਪਰ ਇੱਥੇ 1 ਤੋਂ ਵੱਡੀ ਹੋਊਗੀ, ਤਾਂ ਇਸ ਕਰਕੇ 3/2 ਆ ਜਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਨੈਕਸਟ, ਇੱਕ ਪਾਸੇ ਉੱਪਰ ਅਭਾਜ ਸੰਖਿਆ ਆਉਣ ਦੀ ਸੰਭਾਵਨਾ ਹੁੰਦੀ ਹੈ। ਦੇਖੋ ਵੀ ਟੋਟਲ ਪਰਿਣਾਮ ਆ ਜਿਹੜੇ ਇੱਕ ਪਾਸੇ ਉੱਤੇ ਆਉਂਦੇ ਕੀ ਆ ਸਕਦੇ ਨੇ? 1 2 3 4 5 6 ਤੱਕ ਆ ਸਕਦੇ ਨੇ। ਹੁਣ ਅਭਾਜ ਸੰਖਿਆਵਾਂ ਇਹਦੇ ਵਿੱਚ ਕਿੰਨੀਆਂ ਨੇ? ਦੇਖੋ ਕਿੰਨੀਆਂ ਨੇ? 3 ਨੇ। ਕਿਹੜੀਆਂ? 2 3 ਤੇ 5। ਟੋਟਲ ਕਿੰਨੀਆਂ ਨੇ? ਇਹ 3 ਨੇ। ਸੰਭਾਵਨਾ ਕੀ ਹੋਊਗੀ? ਅਨੁਕੂਲ ਪਰਿਣਾਮਾਂ ਦੀ ਸੰਖਿਆ ਬਟਾ ਕੁੱਲ ਸੰਭਵ ਪਰਿਣਾਮਾਂ ਦੀ ਸੰਖਿਆ, ਹੈ ਨਾ। 3/3 ਨੇ ਨਾ, ਇਹਨਾਂ ਦੀ ਗਿਣਤੀ 3 ਹੈ। ਟੋਟਲ ਕਿੰਨੀਆਂ ਨੇ ਬੇਟਾ? 6। 3/6 ਮਤਲਬ 1/2 ਹੋਊਗੀ। ਅਭਾਜ ਸੰਖਿਆ ਆਉਣ ਦੀ ਸੰਭਾਵਨਾ 1/2 ਹੋਏਗੀ। ਠੀਕ ਹੈ। ਤਾਂ ਇੱਥੇ ਕੀ ਆ ਜਾਏਗਾ ਫਿਰ? 1/2 ਆ ਜਾਏਗਾ, ਸੀ ਆਪਸ਼ਨ। ਨੈਕਸਟ, ਇੱਕ ਬਕਸੇ ਵਿੱਚ 3 ਨੀਲੇ 2 ਚਿੱਟੇ ਤੇ 4 ਲਾਲ ਵੰਟੇ ਹਨ। ਜੇਕਰ ਇਸ ਬਕਸੇ ਵਿੱਚੋਂ ਇੱਕ ਵੰਟਾ ਅਚਾਨਕ ਕੱਢਿਆ ਜਾਂਦਾ ਹੈ ਤਾਂ ਕੀ ਸੰਭਾਵਨਾ ਹੋਏਗੀ ਕਿ ਵੰਟਾ ਲਾਲ ਰੰਗ ਦਾ ਹੋਵੇਗਾ? ਠੀਕ ਹੈ। ਚਲੋ ਟੋਟਲ ਵੰਟੇ ਕਿੰਨੇ ਨੇ ਬੇਟਾ? 3 ਤੇ 2 5 ਤੇ 4 9। ਲਾਲ ਕਿੰਨੇ ਨੇ? 4। ਸੰਭਾਵਨਾ ਕੀ ਹੋਊਗੀ? 4/9। ਟੋਟਲ ਅਨੁਕੂਲ ਪਰਿਣਾਮ ਲਾਲ ਰੰਗ ਦੇ 4 ਨੇ, ਕੁੱਲ 9 ਨੇ, ਤਾਂ ਸੰਭਾਵਨਾ 4/9 ਹੋਏਗੀ। ਬੀ ਆਪਸ਼ਨ ਇਹਦੇ ਲਈ ਸਹੀ ਆ ਜਾਏਗਾ। ਠੀਕ ਹੈ। ਨੈਕਸਟ ਕੁਐਸਚਨ, ਜੇਕਰ PE ਦੀ ਵਾਰ ਘਟਨਾ E ਨਹੀਂ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ ਤਾਂ PE + PE ਦੀ ਵਾਰ ਬਰਾਬਰ 1। ਕਿਸੇ ਘਟਨਾ ਦੇ ਹੋਣ ਅਤੇ ਨਾ ਹੋਣ ਦੀ ਸੰਭਾਵਨਾ ਦਾ ਜੋੜ ਕਿੰਨਾ ਹੁੰਦਾ ਹੈ? 1 ਹੁੰਦਾ ਹੈ। ਆਪਾਂ ਪਹਿਲਾਂ ਵੀ ਦੱਸ ਚੁੱਕੇ। ਇਹਦੇ ਲਈ ਪਹਿਲੀ ਆਪਸ਼ਨ 1 ਸਹੀ ਆ ਜਾਏਗੀ। ਠੀਕ ਹੈ। ਨੈਕਸਟ, ਜੇਕਰ ਸ਼ੰਕੂ ਦਾ ਆਧਾਰ ਅਤੇ ਉਚਾਈ ਬੇਲਣ ਦੇ ਆਧਾਰ ਅਤੇ ਉਚਾਈ ਦੇ ਬਰਾਬਰ ਹੋਵੇ ਤਾਂ ਉਹਨਾਂ ਦੇ ਘਣਫਲਾਂ ਦਾ ਅਨੁਪਾਤ 1/3 ਹੋਏਗਾ। ਦੇਖੋ ਪਹਿਲਾਂ ਆਪਾਂ ਆਧਾਰ ਤੇ ਉਚਾਈ ਬਰਾਬਰ ਰੱਖਣੀ ਹੈ। ਜੇ ਆਧਾਰ ਤੇ ਉਚਾਈ ਬਰਾਬਰ ਹੈ ਤਾਂ ਕੀ ਹੋਊਗਾ ਫਿਰ? ਅਰਧ ਵਿਆਸ ਵੀ ਬਰਾਬਰ ਹੋਊਗਾ। 1/3 πr² h ਇਹ ਸ਼ੰਕੂ ਦਾ ਆਇਤਨ, ਥੱਲੇ ਆਪਾਂ ਲਿਖਾਂਗੇ πr² h ਬੇਲਣ ਦਾ ਆਇਤਨ। ਠੀਕ ਹੈ। ਦੋਨੋਂ ਅਨੁਪਾਤ ਪਤਾ ਕਰਨੇ ਆ ਆਪਾਂ। πr² h ਨਾਲ πr² h ਕੈਂਸਲ, ਮਤਲਬ 1/3 ਹੋ ਜਾਏਗਾ। ਜੇ ਆਪਾਂ ਅਨੁਪਾਤ ਦੀ ਗੱਲ ਕਰੀਏ 1/3 ਹੋ ਜਾਏਗਾ। ਤਾਂ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਠੀਕ ਹੈ ਬੇਟਾ। ਇਹ ਸੀਗਾ ਤੁਹਾਡਾ ਦੂਜਾ ਮੈਥੇਮੈਟਿਕਸ ਦਾ ਟੈਸਟ, ਜੋ ਤੁਹਾਨੂੰ ਅਸਾਈਨਮੈਂਟ ਵਜੋਂ ਟੈਸਟ 2 ਵਜੋਂ ਭੇਜਿਆ ਗਿਆ ਸੀ ਤੁਹਾਡੇ ਟੀਚਰ ਸਾਹਿਬਾਨ ਵੱਲੋਂ। ਮੈਨੂੰ ਉਮੀਦ ਆ ਤੁਹਾਨੂੰ ਇਹ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਥੈਂਕ ਯੂ ਬੇਟਾ।